ਕਾਵਿ ਤਰੰਗ ਦਾ ਪਹਿਲਾ ਕਵੀ ਸਾਈਂ ਬੁੱਲੇ ਸ਼ਾਹ, ਜੋ ਇੱਕ ਸੂਫੀ ਕਵੀ ਸੀ, ਇਹ ਕਰ ਲਿਆ। ਇਸ ਤੋਂ ਬਾਅਦ ਦੂਸਰਾ ਕਵੀ ਹੈ ਕਿੱਸਾ ਕਵੀ ਮੁਕਬਲ। ਇੱਕ ਕਿੱਸਾ ਕਵੀ ਹੈ। ਮੁਕਬਲ ਦਾ ਪੂਰਾ ਨਾਂ ਹਾਫਿਜ਼ ਸ਼ਾਹ ਜਹਾਨ ਸੀ। ਮੁਕਬਲ ਉਸ ਦਾ ਉਪਨਾਮ ਸੀ। ਉਹ ਅੱਖਾਂ ਤੋਂ ਅੰਨਾ ਸੀ। ਉਸ ਦਾ ਜਨਮ 1744-45 ਈਸਵੀ ਵਿੱਚ ਹੋਇਆ ਮੰਨਿਆ ਜਾਂਦਾ ਹੈ। ਉਸ ਨੂੰ ਕੁਰਾਨ ਸ਼ਰੀਫ ਜਵਾਨੀ ਯਾਦ ਸੀ, ਇਸ ਕਰਕੇ ਉਸ ਨੂੰ ਹਾਫਿਜ਼ ਕਿਹਾ ਜਾਂਦਾ ਹੈ। ਹਾਫਿਜ਼ ਉਹ ਹੁੰਦੇ ਹਨ ਜਿਹਨੂੰ ਕੁਰਾਨ 'ਚੋਂ ਜ਼ਬਾਨੀ ਯਾਦ ਹੁੰਦਾ ਹੈ। ਕਵੀ ਅਹਿਮਦ ਯਾਰ ਨੇ ਉਸ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲਿਖਿਆ, ਮੁਕਬਲ ਵੀ ਹੋ ਚੁੱਕਾ ਮੁਕਬਲ ਆਪਣੇ ਵਿੱਚ ਜ਼ਮਾਨੇ। ਮੁਕਬਲ ਦੀਆਂ ਦੋ ਰਚਨਾਵਾਂ ਪ੍ਰਸਿੱਧ ਹਨ, ਜੰਗਨਾਮਾ ਕਰਬਲਾ, ਹੀਰ ਰਾਂਝਾ। ਹੀਰ ਰਾਂਝਾ ਉਸਨੇ ਇੱਕ ਸੀਰਫੀ ਪੀਰ ਅਬਦੁਲ ਕਾਦਰ ਜਿਲਾਨੀ ਦੀ ਸਿਫਤ ਵਿੱਚ ਵੀ ਲਿਖੀ। ਬਹੁ ਵਿਕਲਪੀ ਪ੍ਰਸ਼ਨ। ਮੁਕਬਲ ਕਿਹੜੀ ਕਾਵਿਧਾਰਾ ਦਾ ਕਵੀ ਹੈ? ਕਿੱਸਾ ਕਾਵਿਧਾਰਾ। ਮੁਕਬਲ ਦਾ ਜਨਮ ਕਦੋਂ ਹੋਇਆ? 1744-45। ਮੁਕਬਲ ਦਾ ਪੂਰਾ ਨਾਂ ਕੀ ਸੀ? ਹਾਫਿਜ਼ ਸ਼ਾਹ ਜਹਾਨ ਮੁਕਬਲ। ਮੁਕਬਲ ਨੂੰ ਕੀ ਜਵਾਨੀ ਯਾਦ ਸੀ? ਕੁਰਾਨ ਸ਼ਰੀਫ। ਮੁਕਬਲ ਨੇ ਕਿਹੜਾ ਕਿੱਸਾ ਲਿਖਿਆ? ਹੀਰ ਰਾਂਝਾ। ਮੁਕਬਲ ਨੇ ਕਿਹੜਾ ਜੰਗਨਾਮਾ ਲਿਖਿਆ? ਜੰਗਨਾਮਾ ਕਰਬਲਾ। ਮੁਕਬਲ ਨੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕੀ ਲਿਖਿਆ? ਜੰਗਨਾਮਾ। ਮੁਕਬਲ ਨੇ ਆਪਣੇ ਕਿੱਸੇ ਵਿੱਚ ਕਿਹੜੇ ਛੰਦ ਦੀ ਵਰਤੋਂ ਕੀਤੀ? ਚੌਂਕਲੀਏ ਬੈਂਤ ਦੀ। ਮੁਕਬਲ ਦੇ ਕਿੱਸੇ ਦਾ ਅੰਤ ਕਿਹੋ ਜਿਹਾ ਹੈ? ਸੁਖਾਂਤ। ਮੁਕਬਲ ਕਿਹੜੇ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ? ਮੁਹੰਮਦ ਸ਼ਾਹ ਰੰਗੀਲਾ ਦਾ ਸਮਕਾਲੀ ਸੀ। ਮੁਕਬਲ ਨੇ ਕਿੱਸਾ ਲਿਖਿਆ ਸੀ ਹੀਰ ਰਾਂਝਾ। ਇਹ ਆਪਣੇ ਸਿਲੇਬਸ ਵਿੱਚ ਹੈ ਤੇ ਸਿੱਧੀ ਅੱਜ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਕਿੱਸਾ ਪ੍ਰਸੰਗ ਵਿੱਚ ਇਹੀ ਲਿਖਣਾ ਹੈ, ਕਾਵਿ ਟੋਟਾ ਮੁਕਬਲ ਦੇ ਕਿੱਸੇ ਹੀਰ ਰਾਂਝਾ ਦਾ ਇੱਕ ਅੰਸ਼ ਹੈ। ਕਾਵਿ ਤਰੰਗਾ ਕਾਵਿ ਸੰਗ੍ਰਹਿ ਵਿੱਚ ਦਰਜ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਉਸਨੇ ਆਸ਼ਿਕਾਂ ਦੇ ਕਹਿਣ ਉੱਤੇ ਹੀਰ ਰਾਂਝੇ ਦੀ ਪ੍ਰੀਤ ਦਾ ਕਿੱਸਾ ਲਿਖਣ ਦਾ ਨਿਸ਼ਚਾ ਕਰ ਲਿਆ। ਕਹਿ ਆਸ਼ਿਕਾਂ ਹੁਕਮ ਮਨਜ਼ੂਰ ਹੋਇਆ, ਕਿੱਸਾ ਹੀਰ ਤੇ ਰਾਂਝੇ ਦਾ ਜੋੜੀਏ ਜੀ। ਆਸ਼ਿਕਾਂ ਦੇ ਕਹਿਣ ਤੇ ਮੁਕਬਲ ਨੇ ਕੀ ਹੈ, ਕਿੱਸਾ ਹੀਰ ਰਾਂਝੇ ਦਾ ਲਿਖਿਆ ਤੇ ਉਸਨੇ ਆਸ਼ਿਕਾਂ ਦਾ ਕਹਿਣਾ ਮਨਜ਼ੂਰ ਕਰ ਲਿਆ ਤੇ ਉਸਨੇ ਕਿੱਸਾ ਲਿਖਣਾ ਸ਼ੁਰੂ ਕੀਤਾ। ਕੜਕੀ ਇਸ਼ਕ ਦੀ ਭਾ ਪਤੰਗ ਵਾਂਗੂ, ਮੂਲ ਜਲਦਿਆਂ ਅੱਗ ਨਾ ਮੋੜੀਏ ਜੀ। ਤੇ ਇਸ ਨਾਲ ਉਸਦੇ ਅੰਦਰ ਇਸ਼ਕ ਦੀ ਅੱਗ ਭੜਕ ਗਈ ਤੇ ਉਸਨੇ ਉਸ ਪਤੰਗ ਵਾਂਗ ਸੜ ਕੇ ਮਰਨ ਤੋਂ ਪਿੱਛੋਂ ਨਾ ਹਟਣ ਦਾ ਇਰਾਦਾ ਕਰ ਲਿਆ। ਪੁੱਜ ਮਰਨ ਕਬੂਲ ਹੈ ਆਸ਼ਕਾਂ ਨੂੰ, ਨੇਹੂ ਲਾਇਕੇ ਮੂਲ ਨਾ ਤੋੜੀਏ ਜੀ। ਤੇ ਮੁਕਬਲ ਕਹਿੰਦਾ ਹੈ ਕਿ ਆਸ਼ਕਾਂ ਨੂੰ ਇਸ਼ਕ ਵਿੱਚ ਮਰਨਾ ਮਨਜ਼ੂਰ ਹੈ, ਅੱਗ ਵਿੱਚ ਸੜ ਕੇ ਭੁੱਜ ਕੇ ਮਰਨਾ ਮਨਜ਼ੂਰ ਹੈ, ਪਰ ਉਹ ਇਸ਼ਕ ਤੋਂ ਪਿਆਰ ਤੋਂ ਪਿੱਛੇ ਨਹੀਂ ਹਟਦੇ। ਜਦੋਂ ਪਿਆਰ ਪਾ ਲੈਂਦੇ ਹਨ ਤਾਂ ਪਿੱਛੇ ਨਹੀਂ ਹਟਦੇ। ਮੁਕਬਲ ਗੱਲ ਕੀਤੀ ਮੇਰੇ ਹੱਡ ਪਈ, ਗੱਲ ਪਈ ਨਿਭਾਣੀ ਲੋੜੀਏ ਜੀ। ਕਵੀ ਕਹਿੰਦੇ ਕਿ ਆਸ਼ਿਕਾਂ ਦੀ ਕਹੀ ਗੱਲ ਉਸਦੇ ਮਨ ਵਿੱਚ ਬਸ ਗਈ, ਉਸਦੇ ਹੱਡਾਂ ਵਿੱਚ ਬਸ ਗਈ। ਉਸਨੇ ਇਸ ਨੂੰ ਸਿਰੇ ਚੜ੍ਹਾਉਣ ਦਾ ਫੈਸਲਾ ਕਰ ਲਿਆ। ਉਸਨੇ ਉਹਨਾਂ ਦੀ ਗੱਲ ਨਿਭਾ ਦਿੱਤੀ। ਮੌਜੂ ਜੱਟ ਦਾ ਲਾਡਲਾ ਨਾਉ ਥਿੰਦੋ, ਵਿੱਚ ਤਖਤ ਹਜ਼ਾਰੇ ਦੇ ਵਸਦਾ ਸੀ। ਤੇ ਫਿਰ ਮੁਕਬਲ ਲਿਖਦਾ ਹੈ ਕਿ ਮੌਜੂ ਜੱਟ ਦਾ ਲਾਡਲਾ ਪੁੱਤ ਸੀ ਜੋ ਰਾਂਝਾ, ਥਿੰਦੋ ਨਾਮ ਸੀ ਉਸਦਾ, ਤੇ ਉਹ ਤਖਤ ਹਜ਼ਾਰੇ ਵਿੱਚ ਬਸਦਾ ਸੀ। ਮੂੰਹੋਂ ਚੜ੍ਹਨ ਗੁਲਾਬ ਦੇ ਫੁੱਲ ਤਾਜ਼ੇ, ਜਦੋਂ ਖੁੱਲ੍ਹ ਕੇ ਸੋਹਣਾ ਹੱਸਦਾ ਸੀ। ਜਦੋਂ ਉਹ ਹੱਸਦਾ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਗੁਲਾਬ ਦੇ ਤਾਜ਼ੇ ਫੁੱਲ ਖਿੜੇ ਹੋਣ। ਨੈਣਾ ਹੀਰ ਦਿਆਂ ਖਾਬ ਵਿੱਚ ਜਿਬਾ ਕੀਤਾ, ਤੇ ਉਸਨੂੰ ਇੱਕ ਖਾਬ ਆਇਆ ਜਿਸ ਵਿੱਚ ਹੀਰ ਦੇ ਨੈਣਾ ਨੇ ਉਸਨੂੰ ਕਤਲ ਕਰ ਦਿੱਤਾ। ਭੇਦ ਕਿਸੇ ਨੂੰ ਮੂਲ ਨਾ ਦੱਸਦਾ ਸੀ ਤੇ ਇਹ ਗੱਲ ਉਸਨੇ ਕਿਸੇ ਨੂੰ ਨਹੀਂ ਦੱਸੀ। ਇਹ ਭੇਦ ਉਸਦੇ ਦਿਲ ਵਿੱਚ ਹੀ ਰੱਖਿਆ। ਦਿਨ ਰਾਤ ਮਹਿਬੂਬ ਦੇ ਦੇਖਣੇ ਨੂੰ ਪਿਆਰ ਮੁਕਬਲੇ ਵਾਂਗ ਤਰਸਦਾ ਸੀ। ਦਿਨ ਰਾਤ ਮਹਿਬੂਬ ਦੇ ਦੇਖਣੇ ਨੂੰ, ਤੇ ਫਿਰ ਕੀ ਹੈ, ਉਹ ਦਿਨ ਰਾਤ ਹੀਰ ਜੋ ਉਸਦੇ ਸੁਪਨੇ ਵਿੱਚ ਆਈ ਸੀ ਉਸਨੂੰ ਦੇਖਣ ਲਈ ਮੁਕਬਲ ਵਾਂਗ ਤੜਫਦਾ ਰਿਹਾ।
ਦਰਦਮੰਦ ਗਰੀਬ ਯਤੀਮ ਰਾਂਝਾ ਮਾਪੇ ਮਰਦਿਆਂ ਦਿੱਤੀ ਸੁਹਾਰ ਦਮਾ ਦਮਾ ਕੀ ਪੈਸਿਆਂ ਤੇ ਮਾਪਿਆਂ ਦੇ ਮਰਦੇ ਸਾਰ ਹੀ ਯਤੀਮ ਰਾਂਝੇ ਨੂੰ ਪੈਸਿਆਂ ਦੀ ਤੰਗੀ ਆ ਗਈ ਸੀ। ਕਦੀ ਕੰਮ ਨੂੰ ਹੱਥ ਨਾ ਲਾਇਆ ਸੀ, ਇੱਕ ਬਾਰਗੀ ਘੇਰਿਆ ਆਣ ਕੰਮਾਂ। ਤੇ ਜਦੋਂ ਮਾਂ-ਬਾਪ ਸਨ ਉਸ ਟਾਈਮ ਕੀ ਹੈ ਉਸਨੇ ਕੰਮ ਨੂੰ ਹੱਥ ਨਹੀਂ ਲਾਇਆ ਸੀ ਤੇ ਫਿਰ ਇੱਕਦਮ ਮਾਪਿਆਂ ਦੇ ਜਾਣ ਪਿੱਛੋਂ ਮਾਪਿਆਂ ਦੇ ਮਰਨ ਪਿੱਛੋਂ ਕੰਮਾਂ ਨੇ ਉਸਨੂੰ ਆਣ ਕੇ ਘੇਰ ਲਿਆ। ਪਰੇਸ਼ਾਨਗੀ ਨਾਲ ਹੈਰਾਨ ਹੋਇਆ ਰੋ ਰੋ ਆਖਦਾ ਹਾਏ ਮੈਂ ਨਿਜ ਜੰਮਾ। ਤੇ ਉਹ ਕੀ ਹੈ ਪਰੇਸ਼ਾਨ ਹੋ ਗਿਆ ਤੇ ਰੋ ਰੋ ਕੇ ਕਹਿ ਰਿਹਾ ਸੀ ਕਿ ਮੈਂ ਸ਼ਾਇਦ ਨਾ ਹੀ ਜੰਮਦਾ। ਜਦੋਂ ਆਦਮੀ ਨੂੰ ਦੁੱਖ ਲੱਗਦੇ ਨੇ ਤਦੋਂ ਆਉਂਦੀ ਮੁਕਬਲ ਯਾਦ ਅੰਮਾ। ਮੁਕਬਲ ਆਖਦਾ ਹੈ ਕਿ ਜਦੋਂ ਆਦਮੀ ਨੂੰ ਦੁੱਖ ਲੱਗਦੇ ਹਨ ਤਾਂ ਉਸ ਟਾਈਮ ਉਸਨੂੰ ਆਪਣੀ ਅੰਮਾ ਆਪਣੀ ਮਾਂ ਯਾਦ ਆ ਜਾਂਦੀ ਹੈ, ਅੰਮਾ ਚੇਤੇ ਆ ਜਾਂਦੀ ਹੈ। ਰਾਂਝਾ ਖਾਵਣੋਂ ਪੀਵਣੋਂ ਰਹਿ ਚੁੱਕਾ ਮਾਰ ਹੀਰ ਦੇ ਇਸ਼ਕ ਹੈਰਾਨ ਕੀਤਾ। ਯਾਨੀ ਕਿ ਹੀਰ ਦੇ ਇਸ਼ਕ ਨੇ ਉਸਨੂੰ ਇੰਨਾ ਹੈਰਾਨ ਕੀਤਾ ਸੀ ਕਿ ਉਸਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ। ਉੱਥੇ ਅਕਲ ਤੇ ਫਿਕਰ ਦੀ ਜਾ ਨਹੀਂ ਜਿੱਥੇ ਇਸ਼ਕ ਨੇ ਆਣ ਮਕਾਨ ਕੀਤਾ। ਯਾਨੀ ਕਿ ਜਿੱਥੇ ਇਸ਼ਕ ਨੇ ਆ ਕੇ ਡੇਰਾ ਲਾ ਲਿਆ ਹੋਵੇ ਉੱਥੇ ਅਕਲ ਤੇ ਫਿਕਰ ਨੂੰ ਫਿਰ ਉੱਥੇ ਅਕਲ ਤੇ ਫਿਕਰ ਨਹੀਂ ਰਹਿੰਦੀ, ਅਕਲ ਉੱਥੇ ਨਹੀਂ ਰਹਿੰਦੀ ਜਿਸੇ ਇਸ਼ਕ ਆ ਕੇ ਵਸ ਜਾਂਦਾ ਹੈ। ਭੁੱਲੀ ਮੱਤ ਤੇ ਸੂਰਤ ਜਹਾਨ ਦੀ ਜੀ ਝੰਗ ਜਾਮਣੇ ਦਾ ਸਮਿਆਨ ਕੀਤਾ। ਇਰਾਦਾ ਕਰ ਲਿਆ ਉਸਨੇ ਝੰਗ ਜਾਮਣ ਦਾ ਸਮਿਆਨ ਕੀਤਾ ਕਿ ਇਰਾਦਾ ਕਰ ਲਿਆ ਤੇ ਉਸ ਦੀ ਅਕਲ ਸੂਰਤ ਭੁੱਲ ਗਈ। ਇਸ ਇਸ਼ਕ ਦੇ ਨਾਮ ਤੋਂ ਮੁਕਬਲ ਨੇ ਜਾਓ ਜਾਨ ਤੇ ਮਾਲ ਕੁਰਬਾਨ ਕੀਤਾ। ਤੇ ਰਾਂਝੇ ਨੇ ਕੀਆ ਇਸ ਹੀਰ ਦੇ ਇਸ਼ਕ ਤੇ ਆਪਣੀ ਜਾਨ ਅਤੇ ਮਾਲ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ। ਇਹ ਸੀ ਬਈ ਮੁਕਬਲ ਦਾ ਹੀਰ ਰਾਂਝੇ ਦਾ ਇੱਕ ਅੰਸ਼।